ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਸ਼ੋ ਸਿਹਤ ਟੂਡੇ ਦੇ ਵਿੱਚ। ਸੋ ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਮੁਕੇਸ਼ ਗੋਇਲ, ਕੰਸਲਟੈਂਟ ਜਨਰਲ ਐਂਡ ਲੈਪਰੋਸਕੋਪਿਕ ਸਰਜਰੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋ। ਸਤਿ ਸ਼੍ਰੀ ਅਕਾਲ ਮੈਡਮ। ਸਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਇਹ ਲੈਪਰੋਸਕੋਪੀ ਹੈ ਜਿਹੜੀ, ਇਹਦੇ ਬੈਨੀਫਿਟਸ ਕੀ ਹਨ, ਵਾਟ ਆਰ ਦ ਰਿਸਕ ਐਸੋਸੀਏਟਡ ਵਿਦ ਇਟ? ਮੈਡਮ ਲੈਪਰੋਸਕੋਪਿਕ ਸਰਜਰੀ ਇੱਕ ਆਮ ਭਾਸ਼ਾ 'ਚ ਜੇ ਆਪਾਂ ਕਹੀਏ ਤਾਂ ਕੀ ਹੋਲ ਸਰਜਰੀਜ਼ ਜਾਂ ਇੱਕ ਆਪਾਂ ਲੇਮੈਨ ਲੈਂਗੁਏਜ 'ਚ ਸਮਝਾਈਏ ਤਾਂ ਆਪਾਂ ਇੱਕ ਘਰ ਦੇ ਵਿੱਚ ਐਂਟਰ ਹੋਣਾ ਹੈ ਅਤੇ ਉਹ ਆਪਾਂ ਖਿੜਕੀ 'ਚੋਂ ਵੀ ਹੋ ਸਕਦੇ ਹਾਂ ਅਤੇ ਦਰਵਾਜ਼ੇ 'ਚੋਂ ਵੀ ਹੋ ਸਕਦੇ ਹਾਂ। ਪਰ ਲੈਪਰੋਸਕੋਪੀ ਸਰਜਰੀ ਇੱਕ ਤਰ੍ਹਾਂ ਖਿੜਕੀ ਦੇ ਥਰੂ ਓਪਰੇਸ਼ਨ ਹੈ, ਜਿਹਦੇ ਵਿੱਚ ਕਿ ਬਿਲਕੁਲ ਛੋਟਾ ਜਿਹਾ ਹੋਲ ਕਰਕੇ ਅਸੀਂ ਉਹ ਓਪਰੇਸ਼ਨ ਕਰਦੇ ਹਾਂ ਜਿਹੜੇ ਕਿ ਪਹਿਲਾਂ ਓਪਰੇਸ਼ਨ ਕਰਨ ਲਈ ਆਪਾਂ ਨੂੰ ਵੱਡੇ ਵੱਡੇ ਇਨਸੀਜਨ ਦੇਣੇ ਪੈਂਦੇ ਸੀ, ਪੇਸ਼ੈਂਟ ਨੂੰ ਚੀਰਾ ਲਗਾਉਣਾ ਪੈਂਦਾ ਸੀ, ਪੇਸ਼ੈਂਟ ਕਈ ਦਿਨ ਹਸਪੀਟਲ 'ਚ ਐਡਮਿਟ ਰਹਿੰਦਾ ਸੀ। ਤਾਂ ਉਹੀ ਓਪਰੇਸ਼ਨ ਹੁਣ ਆਪਾਂ ਛੋਟੇ ਜਿਹੇ ਚੀਰੇ ਰਾਹੀਂ ਕਰ ਦਿੰਦੇ ਹਾਂ। ਦੂਰਬੀਨ ਨਾਲ ਓਪਰੇਸ਼ਨ ਕਹੇ ਜਾਂਦੇ ਨੇ, ਕੁਝ ਲੋਕ ਲੇਜ਼ਰ ਵੀ ਕਹਿ ਦਿੰਦੇ ਨੇ। ਪਰ ਲੈਪਰੋਸਕੋਪੀ ਸਰਜਰੀ ਦਾ ਜਿਹੜਾ ਸਹੀ ਮੀਨਿੰਗ ਹੈ ਉਹ ਹੈ ਕਿ ਇੱਕ ਹੋਲ ਦੇ ਥਰੂ ਆਪਾਂ ਉਸ ਓਪਰੇਸ਼ਨ ਨੂੰ ਕੀਤਾ ਜਾਂਦਾ ਇਸ ਦੇ ਵਿੱਚ। ਤੇ ਸਰ ਬੈਟਰ ਕੀ ਹੁੰਦਾ, ਓਪਨ ਸਰਜਰੀ ਜਾਂ ਲੈਪਰੋਸਕੋਪਿਕ ਸਰਜਰੀ? ਮੈਡਮ ਲੈਪਰੋਸਕੋਪਿਕ ਸਰਜਰੀ ਬੈਟਰ ਆਪਸ਼ਨ ਹੈ, ਕਿਉਂਕਿ ਇਸ ਦੇ ਵਿੱਚ ਇੱਕ ਤਾਂ ਪੇਸ਼ੈਂਟ ਨੂੰ ਜਿਹੜੀ ਡੈਮੇਜ ਹੈ, ਟਿਸ਼ੂ ਡੈਮੇਜ ਹੈ, ਉਹ ਘੱਟ ਹੁੰਦੀ ਹੈ। ਪੇਸ਼ੈਂਟ ਆਪਦਾ ਜਲਦੀ ਤੋਂ ਜਲਦੀ ਠੀਕ ਹੋ ਕੇ ਘਰ ਜਾ ਸਕਦਾ ਹੈ। ਪੇਸ਼ੈਂਟ ਦੀ ਰਿਕਵਰੀ ਫਾਸਟ ਹੋ ਜਾਂਦੀ ਹੈ। ਉਸੇ ਦਿਨ ਆਪਰੇਸ਼ਨ ਤੋਂ ਬਾਅਦ ਅਸੀਂ 2-3 ਘੰਟੇ ਬਾਅਦ ਪੇਸ਼ੈਂਟ ਨੂੰ ਖਾਣਾ ਵਾਣਾ ਦੇ ਦਿੰਦੇ ਹਾਂ ਅਤੇ ਪੇਸ਼ੈਂਟ ਆਪਦਾ ਰੂਟੀਨ ਐਕਟੀਵਿਟੀ ਸ਼ਾਮ ਤੋਂ ਹੀ ਰਿਜ਼ਿਊਮ ਕਰ ਲੈਂਦਾ ਅਤੇ ਅਗਲੇ ਦਿਨ ਅਸੀਂ ਉਹਨੂੰ ਛੁੱਟੀ ਕਰਕੇ ਘਰੇ ਭੇਜ ਦਿੰਦੇ ਹਾਂ। ਅੰਦਰ ਦਾ ਆਪਰੇਸ਼ਨ ਜੇ ਆਪਾਂ ਕਹੀਏ, ਲੈਪਰੋਸਕੋਪੀ ਹੋਵੇ ਚਾਹੇ ਚੀਰੇ ਵਾਲਾ ਆਪਰੇਸ਼ਨ ਹੋਵੇ, ਉਹਦੇ ਵਿੱਚ ਅੰਦਰ ਦਾ ਆਪਰੇਸ਼ਨ ਬਿਲਕੁਲ ਸੇਮ ਰਹਿੰਦਾ ਹੈ। ਬਟ ਬਾਹਰੋਂ ਜਿਹੜਾ ਹੈ ਇਨਸੀਜਨ ਹੈ ਜਾਂ ਕੱਟ ਲੱਗਣਾ ਹੈ ਜਾਂ ਸਟਿਚਸ ਲੱਗਣੇ ਨੇ, ਉਹ ਬਹੁਤ ਘੱਟ ਜਾਂਦੇ ਨੇ ਇਸ ਦੇ ਵਿੱਚ। ਤੇ ਰਿਸਕ ਕਿਹੜੇ ਨੇ ਸਰ ਜੋ ਐਸੋਸੀਏਟਡ ਨੇ ਲੈਪਰੋਸਕੋਪੀ ਨਾਲ? ਲੈਪਰੋਸਕੋਪੀ ਸਰਜਰੀ ਦੇ ਵਿੱਚ ਜਿਹੜੇ ਰਿਸਕ ਨੇ, ਕੁਝ ਤਰ੍ਹਾਂ ਦੇ ਪੇਸ਼ੈਂਟਸ ਹੁੰਦੇ ਨੇ, ਜਿਵੇਂ ਕਿ ਹਾਰਟ ਦੇ ਪੇਸ਼ੈਂਟ ਨੇ ਜਾਂ ਜਿਨ੍ਹਾਂ ਦੇ ਲੰਗਸ ਦੀ ਕੈਪੈਸਿਟੀ ਕਾਫੀ ਘੱਟ ਹੈ, ਉਹਨਾਂ ਕੇਸਾਂ ਦੇ ਵਿੱਚ ਸਾਨੂੰ ਲੈਪਰੋਸਕੋਪੀ ਸਰਜਰੀ ਦੇ ਵਿੱਚ ਰਿਸਕ ਜ਼ਿਆਦਾ ਹੁੰਦਾ ਹੈ। ਪਰ ਜੇ ਅਸੀਂ ਐਬਸੋਲਿਊਟ ਕਾਉਂਟਰ ਇੰਡੀਕੇਸ਼ਨ ਕਹੀਏ ਤਾਂ ਉਸ ਤਰ੍ਹਾਂ ਦੀ ਕੋਈ ਐਸੀ ਖਾਸ ਲੈਪਰੋਸਕੋਪੀ ਸਰਜਰੀ ਦੇ ਵਿੱਚ ਨਹੀਂ ਹੈ। ਜਿਹੜੇ ਹੁਣ ਪੇਸ਼ੈਂਟ ਹੈ ਕੋਈ ਕਾਰਡਿਕ ਲੋਡ ਜਿਨ੍ਹਾਂ ਦੇ ਵਿੱਚ ਹਾਰਟ ਦੀ ਬਹੁਤ ਜ਼ਿਆਦਾ ਡਿਜ਼ੀਜ਼ ਹੈ, ਉਹਨਾਂ 'ਚ ਅਨਸਥੀਸੀਆ ਦੇ ਹਿਸਾਬ ਦੇ ਨਾਲ ਅਸੀਂ ਉਹ ਅਨਸਥੀਸੀਆ ਨਹੀਂ ਦੇ ਸਕਦੇ, ਤਾਂ ਉਹਨਾਂ ਕੇਸਿਸ ਦੇ ਵਿੱਚ ਅਸੀਂ ਲੈਪਰੋਸਕੋਪੀ ਸਰਜਰੀਜ਼ ਨਹੀਂ ਕਰਦੇ ਹਾਂ। ਬਾਕੀ ਅੱਜ ਦੀ ਡੇਟ 'ਚ ਮੈਕਸੀਮਮ ਕੇਸਿਸ ਆਲਮੋਸਟ 95% ਕੇਸਿਸ ਲੈਪਰੋਸਕੋਪੀ ਦੁਆਰਾ ਹੀ ਹੋ ਰਹੇ ਨੇ। ਸਰ ਇਜ਼ ਦਿਸ ਸਰਜਰੀ ਪੇਨਫੁਲ? ਨੋਟ ਟੂ ਮਚ ਮੈਮ। ਠੀਕ ਹੈ। ਹਾਂ, ਡੈਫੀਨੇਟਲੀ ਸਮ ਅਮਾਊਂਟ ਆਫ ਪੇਨ ਵਿਲ ਬੀ ਦੇਅਰ। ਉਹ ਰਹਿੰਦਾ ਹੀ ਰਹਿੰਦਾ, ਕਿਉਂਕਿ ਇੱਕ ਜਦੋਂ ਪੇਸ਼ੈਂਟ ਅਨਸਥੀਸੀਆ ਤੋਂ ਆਊਟ ਆਉਂਦਾ ਹੈ ਤਾਂ ਉਹਨੂੰ ਪੇਨ ਦੀ ਫੀਲਿੰਗ ਹੁੰਦੀ ਹੈ। ਪਰ ਉਹ ਪੇਨ ਵੀ ਅਸੀਂ ਅਨਲਜੈਸਿਕ ਜਿਵੇਂ ਇੰਜੈਕਸ਼ਨਸ ਵਗੈਰਾ ਦੇ ਕੇ ਸੈਟਲ ਕਰ ਦਿੰਦੇ ਹਾਂ। ਮੇਰੇ ਖਿਆਲ 1-2 ਘੰਟੇ ਬਾਅਦ ਪੇਸ਼ੈਂਟ ਆਪਦਾ ਨੋਰਮਲ ਹੋ ਜਾਂਦਾ ਹੈ ਅਤੇ ਦਰਦ ਵਗੈਰਾ ਉਹਨੂੰ ਨਹੀਂ ਹੁੰਦਾ। ਸਰ ਟਾਈਪਸ ਕਿਹੜੀ ਨੇ ਤਾਂ ਕਿਹੜੀ ਸਮੱਸਿਆਵਾਂ ਹੈ ਜਿਹੜੀਆਂ ਜਿਨ੍ਹਾਂ ਦਾ ਸਮਾਧਾਨ ਇਸ ਸਰਜਰੀ ਤੋਂ ਹੋ ਸਕਦਾ? ਲੈਪਰੋਸਕੋਪੀ ਸਰਜਰੀ ਮੈਡਮ ਅੱਜ ਕੱਲ੍ਹ ਇਹ ਮੰਨੋ ਕਿ ਆਪਾਂ ਸਾਰੇ ਤਰ੍ਹਾਂ ਦੇ ਆਪਰੇਸ਼ਨ ਲੈਪਰੋਸਕੋਪੀ ਦੇ ਥਰੂ ਅੱਜ ਕੱਲ੍ਹ ਹੋ ਰਹੇ ਨੇ। ਜਿਹੜੇ ਮੇਨ ਬਲਕ ਰਹਿੰਦਾ, ਜਿਹੜੇ ਜ਼ਿਆਦਾ ਕੇਸਿਸ ਅੱਜ ਕੱਲ੍ਹ ਲੈਪਰੋਸਕੋਪੀ ਦੁਆਰਾ ਹੋ ਰਹੇ ਨੇ, ਉਹਨਾਂ ਦੇ ਵਿੱਚ ਗੋਲ ਬਲੈਡਰ ਹੈ। ਆਲਮੋਸਟ 95% ਕੇਸਿਸ ਗੋਲ ਬਲੈਡਰ ਦੇ ਲੈਪਰੋਸਕੋਪੀ ਸਰਜਰੀ ਨਾਲ ਹੀ ਅਸੀਂ ਕਰ ਰਹੇ ਹਾਂ। ਅਤੇ ਹਰਨੀਆ ਦੂਜਾ ਇਸ ਆਪਰੇਸ਼ਨ ਨੇ ਜਿਹੜਾ ਕਿ ਲੈਪਰੋਸਕੋਪੀ ਦੇ ਨਾਲ ਅੱਜ ਕੱਲ੍ਹ ਹੋ ਰਿਹਾ ਹੈ। ਬਾਕੀ ਜਿਵੇਂ ਕੈਂਸਰ ਦੇ ਆਪਰੇਸ਼ਨਸ ਨੇ, ਯੂਟਰਸ ਦੇ ਆਪਰੇਸ਼ਨ ਨੇ, ਓਵਰੀ ਦੀਆਂ ਸਿਸਟ ਨੇ, ਇਹ ਵੀ ਅੱਜ ਕੱਲ੍ਹ ਲੈਪਰੋਸਕੋਪੀ ਨਾਲ ਹੋ ਰਹੇ ਨੇ। ਅਪੈਂਡਿਕਸ ਆਲਮੋਸਟ 100% ਲੈਪਰੋਸਕੋਪਿਕਲੀ ਹੀ ਆਪਰੇਟ ਹੋ ਰਹੇ ਨੇ। ਸਰ ਗੈਲ ਬਲੈਡਰ ਦੀ ਤੁਸੀਂ ਗੱਲ ਕਰੀ, ਜਿਨ੍ਹਾਂ ਪੇਸ਼ੈਂਟਸ 'ਚ ਗੈਲ ਬਲੈਡਰ ਰਿਮੂਵਲ ਹੁੰਦਾ ਬਿਕੋਜ਼ ਆਫ ਆਬਵੀਅਸ ਰੀਜ਼ਨ, ਉਹਨਾਂ ਦੇ ਕੀ ਚੇਂਜਸ ਹੁੰਦੇ ਆ ਬੋਡੀ 'ਚ, ਡਾਈਜੈਸ਼ਨ ਇਸ਼ੂ, ਇਹ ਸਾਰੀਆਂ ਚੀਜ਼ਾਂ? ਕਾਮਨਲੀ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਡਾਇਗਨੋਸ ਗੋਲ ਬਲੈਡਰ ਸਟੋਨ ਦੇ ਲਈ ਹੁੰਦੇ ਨੇ, ਉਹਨਾਂ ਦੇ ਵਿੱਚ ਮੈਡਮ ਜ਼ਿਆਦਾਤਰ ਤਾਂ ਪੇਸ਼ੈਂਟ ਨੂੰ ਇਹ ਦਿੱਕਤ ਹੁੰਦੀ ਹੈ ਕਿ ਮੈਨੂੰ ਖਾਣਾ ਖਾਣ ਤੋਂ ਬਾਅਦ ਪੇਟ ਦਾ ਭਾਰੀਪਨ ਹੋ ਜਾਂਦਾ ਹੈ ਜਾਂ ਐਸਿਡਿਟੀ ਬਹੁਤ ਜ਼ਿਆਦਾ ਰਹਿੰਦੀ ਹੈ। ਕਾਮਨਲੀ ਜਿਹੜੇ ਫੀਮੇਲ ਪੇਸ਼ੈਂਟ ਹੈ, ਔਰਤਾਂ ਨੇ, ਉਹ ਜਿਹੜੇ ਥਾਇਰਾਇਡ ਦੇ ਮਰੀਜ਼ ਨੇ, ਉਹਨਾਂ ਦੇ ਵਿੱਚ ਗੋਲ ਬਲੈਡਰ ਸਟੋਨ ਬਣਨ ਦੇ ਚਾਂਸਿਸ ਕਾਫੀ ਜ਼ਿਆਦਾ ਰਹਿੰਦੇ ਨੇ। ਫੈਟੀ ਲੇਡੀਜ਼, ਫਰਟਾਈਲ 40 ਏਜ ਗਰੁੱਪ ਐਂਡ ਫੈਟੀ ਫੀਮੇਲ ਐਂਡ ਫਰਟਾਈਲ ਫੀਮੇਲਸ ਦੇ ਵਿੱਚ ਗੋਲ ਬਲੈਡਰ ਸਟੋਨ ਬਣਨ ਦੇ ਚਾਂਸਿਸ ਕਾਫੀ ਜ਼ਿਆਦਾ ਰਹਿੰਦੇ ਨੇ। ਮੇਲ ਪੇਸ਼ੈਂਟਸ ਦੇ ਵਿੱਚ ਵੀ ਗੋਲ ਬਲੈਡਰ ਸਟੋਨ ਬਣਨ ਦੇ ਜ਼ਿਆਦਾ ਚਾਂਸਿਸ ਇਸ ਕਰਕੇ ਹੁੰਦੇ ਨੇ,
ਕੋਈ ਐਲਕੋਹਲਿਕ ਪੇਸ਼ੈਂਟ ਹੈ ਜਾਂ ਜੌਂਡਿਸ ਰਿਹਾ ਹੈ ਜਾਂ ਕਿਸੇ ਪੇਸ਼ੈਂਟ ਦੇ ਵਿੱਚ ਖੂਨ ਦਾ ਨੰਬਰ ਘੱਟ ਰਹਿੰਦਾ ਹੈ, ਸੈੱਲ ਬ੍ਰੇਕਡਾਊਨ ਜ਼ਿਆਦਾ ਹੁੰਦੇ ਨੇ, ਪੋਸਟ ਡੈਂਗੂ ਫੀਵਰ ਦੇ ਬਾਅਦ ਪੇਸ਼ੈਂਟ ਦੇ ਵਿੱਚ ਗੋਲ ਬਲੈਡਰ ਸਟੋਨ ਬਣਨ ਦੇ ਚਾਂਸਸ ਕਾਫੀ ਜ਼ਿਆਦਾ ਹੋ ਜਾਂਦੇ ਨੇ। ਸਰ ਜਿਵੇਂ ਡਾਇਬੀਟਿਕ ਪੇਸ਼ੈਂਟਸ ਨੇ ਕੁਝ ਜਿਹੜੇ ਇਨਸੂਲਿਨ ਤੇ ਨੇ, ਉਹਨਾਂ ਨੂੰ ਰეკਮੈਂਡ ਕਰਦੇ ਹੋ ਸਰ ਤੁਸੀਂ ਗੈਲ ਬਲੈਡਰ ਰਿਮੂਵਲ ਥਰੂ ਦਿਸ ਸਰਜਰੀ? ਮੈਡਮ ਜਿਹੜੇ ਡਾਇਬੀਟਿਕ ਪੇਸ਼ੈਂਟਸ ਨੇ ਉਹਨਾਂ ਦੇ ਵਿੱਚ ਗੋਲ ਬਲੈਡਰ 'ਚ ਅਗਰ ਸਟੋਨ ਹੈ ਨੇ ਤਾਂ ਅਸੀਂ ਉਹਨਾਂ ਨੂੰ ਇਹੀ ਰეკਮੈਂਡ ਕਰਦੇ ਹਾਂ ਕਿ ਚਾਹੇ ਤੁਹਾਨੂੰ ਇਹ ਤਕਲੀਫ ਦੇ ਰਹੇ ਨੇ ਚਾਹੇ ਨਹੀਂ ਦੇ ਰਹੇ, ਬਟ ਇਹਨੂੰ ਗੋਲ ਬਲੈਡਰ ਨੂੰ ਰਿਮੂਵ ਕਰਵਾਉਣਾ ਚਾਹੀਦਾ ਜੀ, ਕਿਉਂਕਿ ਉਹਨਾਂ ਕੇਸਿਸ ਦੇ ਵਿੱਚ ਗੋਲ ਬਲੈਡਰ ਫਟਣ ਦਾ ਖਤਰਾ ਕਾਫੀ ਜ਼ਿਆਦਾ ਹੁੰਦਾ ਹੈ। ਅਤੇ ਦੂਜਾ ਉਹਨਾਂ ਦੇ ਵਿੱਚ ਇਨਫੈਕਸ਼ਨ ਬਾਰ-ਬਾਰ ਹੋਣ ਦੀ ਵਜ੍ਹਾ ਨਾਲ ਗੋਲ ਬਲੈਡਰ ਵੀਕ ਹੋਣ ਦੇ ਨਾਲ ਉਹਦੇ ਵਿੱਚ ਜਿਹੜੇ ਸਟੋਨਸ ਨੇ ਸਕਿਡ ਹੋ ਕੇ ਕਈ ਵਾਰ ਲੀਵਰ ਦੀ ਪਾਈਪ ਦੇ ਵਿੱਚ ਚਲੇ ਜਾਂਦੇ ਨੇ, ਜਿਹਦੇ ਕਰਕੇ ਕਿ ਜਿਹੜੀ ਕਿ ਅਸੀਂ CBD ਸਟੋਨ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਉਹਨਾਂ ਨੂੰ ਪੈਂਕ੍ਰੀਆਟਾਈਟਿਸ ਦਾ ਬਹੁਤ ਵੱਡਾ ਰਿਸਕ ਹੁੰਦਾ ਹੈ। ਤਾਂ ਉਹ ਪੈਂਕ੍ਰੀਆਟਾਈਟਿਸ ਦਾ ਰਿਸਕ ਜਿਹੜਾ ਹੈ ਕਿ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਕਈ ਵਾਰ ਲਾਈਫ ਥ੍ਰੈਟਨਿੰਗ ਪ੍ਰੋਬਲਮਸ ਕ੍ਰੀਏਟ ਕਰ ਦਿੰਦਾ ਹੈ। ਤਾਂ ਕਰਕੇ ਗੋਲ ਬਲੈਡਰ ਨੂੰ ਜੇ ਗੋਲ ਬਲੈਡਰ ਸਟੋਨਸ ਹੈਗੇ ਨੇ ਤਾਂ ਉਸ ਨੂੰ ਕਢਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਇਹ ਜਿਹੜੀ ਸਰਜਰੀਜ਼ ਤੁਸੀਂ ਗੱਲ ਕੀਤੀ ਹਰਨੀਆ, ਅਪੈਂਡਿਕਸ ਜਾਂ ਗੈਲ ਬਲੈਡਰ ਰਿਮੂਵਲ, ਕੰਪਲਿਕੇਸ਼ਨਸ ਨੂੰ ਜੇ ਅਸੀਂ ਦੇਖੀਏ ਤਾਂ ਕੰਪਲਿਕੇਸ਼ਨ ਇਮੀਡੀਏਟ ਤੇ ਲੌਂਗ ਟਰਮ ਕੀ ਹੋ ਸਕਦੇ ਨੇ? ਮੈਡਮ ਦੇਖੋ, ਜਨਰਲ ਲੈਪਰੋਸਕੋਪਿਕ ਸਰਜਰੀ ਦੇ ਵਿੱਚ ਕੰਪਲਿਕੇਸ਼ਨਸ ਆਉਂਦੇ ਨੇ, ਜਿਵੇਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਗੋਲ ਬਲੈਡਰ 'ਚ ਬਾਰ-ਬਾਰ ਇਨਫੈਕਸ਼ਨ ਹੋਈ ਜੀ, ਤੇ ਉੱਥੇ ਜਾ ਕੇ ਕੋਈ ਵੀ ਸਰੀਰ ਦਾ ਔਰਗਨ, ਇੰਟੈਸਟਾਈਨ ਹੋ ਗਈ, ਫੂਡ ਪਾਈਪਸ ਹੋ ਗਈਆਂ, ਉਹ ਉੱਥੇ ਜਾ ਕੇ ਚਿਪਕ ਜਾਂਦੀਆਂ ਨੇ। ਤਾਂ ਜਦੋਂ ਉਹ ਅਸੀਂ ਸੈਪਰੇਟ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਉਸ ਔਰਗਨ ਨੂੰ ਕਈ ਵਾਰ ਇੰਜਰੀ ਦਾ ਖਤਰਾ ਹੁੰਦਾ ਹੈ। ਜਾਂ ਫਿਰ ਜਦੋਂ ਅਸੀਂ ਐਂਟਰ ਹੁੰਦੇ ਹਾਂ ਐਬਡੋਮੀਨਲ ਵਾਲ ਦੇ ਵਿੱਚ, ਦੂਰਬੀਨ ਨੂੰ ਪਾਉਂਦੇ ਹਾਂ, ਤਾਂ ਉਸ ਟਾਈਮ ਕਿਸੇ ਔਰਗਨ ਦੀ ਇੰਜਰੀ ਹੋ ਸਕਦੀ ਹੈ, ਪਰ ਇਹਨਾਂ ਦਾ ਰਿਸਕ ਕੋਈ 1000 ਕੇਸਿਸ 'ਚ ਇੱਕ ਕੇਸ ਦੇ ਵਿੱਚ ਹੀ ਰਹਿੰਦਾ ਹੈ। ਬਹੁਤ ਜ਼ਿਆਦਾ ਕੇਸਿਸ 'ਚ ਇਹ ਦਿੱਕਤ ਨਹੀਂ ਆਉਂਦੀ ਹੈ। ਤਾਂ ਇਮੀਡੀਏਟਲੀ ਜਿਹੜਾ ਰਿਸਕ ਹੋ ਸਕਦਾ ਹੈ ਗੋਲ ਬਲੈਡਰ ਦੇ ਵਿੱਚ, ਕਈ ਵਾਰ ਸਾਨੂੰ ਦੇਖਣ ਨੂੰ ਮਿਲਦਾ ਬਲੀਡਿੰਗ ਐਪੀਸੋਡਸ ਹੋ ਸਕਦੇ ਨੇ, ਜਿਹਦੇ ਵਿੱਚ ਕਿ ਸਾਨੂੰ ਕਈ ਵਾਰ ਇਹ ਪੇਸ਼ੈਂਟ ਨੂੰ ਉਸੇ ਟਾਈਮ ਡਿਸੀਜਨ ਲੈ ਕੇ ਚੀਰੇ ਵਾਲੇ ਆਪਰੇਸ਼ਨ ਦੇ ਵਿੱਚ ਕਨਵਰਟ ਕਰਨਾ ਪੈਂਦਾ। ਸਰ ਜਿਹੜਾ ਤੁਸੀਂ ਚੀਰੇ ਦੀ ਗੱਲ ਕਰ ਰਹੇ ਹੋ, ਜਿਹੜਾ ਇਨਸੀਸ਼ਨ ਹੈ, ਉਹਦੇ ਕਈ ਕੇਸਿਸ 'ਚ ਆਲੇ ਦੁਆਲੇ ਸਵੈਲਿੰਗ ਹੋ ਜਾਂਦੀ ਹੈ ਜਾਂ ਇਨਫੈਕਸ਼ਨ ਹੋ ਜਾਂਦਾ ਹੈ, ਤੇ ਉਸ ਆਪਰੇਸ਼ਨ ਤੋਂ ਬਾਅਦ, ਸਰਜਰੀ ਤੋਂ ਬਾਅਦ ਉਸ ਇਨਸੀਸ਼ਨ ਦਾ ਕਿਵੇਂ ਧਿਆਨ ਰੱਖਿਆ ਜਾਵੇ? ਉਸ ਇਨਸੀਜਨ ਦੇ ਲਈ ਤਾਂ ਮੈਡਮ ਅੱਜ ਕੱਲ੍ਹ ਤਾਂ ਜਿਹੜੇ ਸੂਚਰ ਨੇ, ਜਿਹੜੇ ਸੂਚਰ ਮਟੀਰੀਅਲਸ ਅਸੀਂ ਯੂਜ਼ ਕਰਦੇ ਹਾਂ, ਉਹ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦੇ ਆ ਗਏ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾ ਇਹ ਚੀਜ਼ਾਂ ਨਹੀਂ ਹੁੰਦੀਆਂ ਨੇ। ਇਨਫੈਕਸ਼ਨ ਦਾ ਰਿਸਕ ਉਹਨਾਂ ਪੇਸ਼ੈਂਟ 'ਚ ਜ਼ਿਆਦਾ ਹੁੰਦਾ ਹੈ ਕਿ ਕੋਈ ਪੇਸ਼ੈਂਟ ਡਾਇਬੀਟਿਕ ਹੈ, ਜਿਹਦੀ ਸ਼ੂਗਰ ਅਨਕੰਟਰੋਲ ਰਹੀ ਹੈ, ਜਾਂ ਅੰਦਰ ਗੋਲ ਬਲੈਡਰ ਦੇ ਵਿੱਚ ਹੀ ਪੀਕ ਪੈ ਚੁੱਕੀ ਹੈ। ਤਾਂ ਉਹਨਾਂ ਕੇਸਿਸ ਦੇ ਵਿੱਚ ਜਦੋਂ ਅਸੀਂ ਆਪਰੇਟ ਕਰਦੇ ਹਾਂ ਤਾਂ ਜਿਹੜਾ ਉਹ ਗੰਦਾ ਮਟੀਰੀਅਲ ਹੁੰਦਾ ਹੈ ਉਹ ਜ਼ਖਮ ਤੱਕ ਆ ਜਾਂਦਾ ਹੈ ਚੀਰਾ ਲੱਗਦੇ ਹੀ, ਤਾਂ ਉਸ ਕਰਕੇ ਇਨਫੈਕਸ਼ਨ ਦੇ ਚਾਂਸਿਸ ਵੱਧ ਜਾਂਦੇ ਨੇ। ਪਰ ਅੱਜ ਕੱਲ੍ਹ ਅੱਛੇ ਐਂਟੀਬਾਇਓਟਿਕਸ ਨੇ, ਅੱਛੀਆਂ ਦਵਾਈਆਂ ਦੇ ਨਾਲ ਇਸ ਚੀਜ਼ ਨੂੰ ਕਾਫੀ ਹੱਦ ਤੱਕ ਮਿਨੀਮਾਈਜ਼ ਕੀਤਾ ਜਾ ਸਕਦਾ ਹੈ। ਤੇ ਧਿਆਨ ਰੱਖਣ ਦੇ ਵਿੱਚ ਤਾਂ ਪੇਸ਼ੈਂਟ ਆਪਦਾ ਰੈਗੂਲਰ ਡਰੈਸਿੰਗ ਦਾ ਧਿਆਨ ਰੱਖਣ, ਪੇਸ਼ੈਂਟ ਦੇ ਚੱਲਣ ਫਿਰਨ ਦਾ ਧਿਆਨ ਰੱਖਣ। ਇਹਨਾਂ ਪੇਸ਼ੈਂਟ 'ਚ ਅਸੀਂ ਉਹ ਰეკਮੈਂਡ ਨਹੀਂ ਕਰਦੇ ਕਿ ਪੇਸ਼ੈਂਟ ਆਪਰੇਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਦਿਨ ਬੈੱਡ 'ਤੇ ਲੇਟਿਆ ਰਹੇ। ਅਸੀਂ ਇਮੀਡੀਏਟਲੀ 24 ਘੰਟੇ ਤੋਂ ਬਾਅਦ ਪੇਸ਼ੈਂਟ ਨੂੰ ਕਹਿੰਦੇ ਹਾਂ ਚੱਲੋ ਫਿਰੋ, ਆਪਦਾ ਵਾਸ਼ ਲੈ ਸਕਦੇ ਆ, ਨਹਾ ਸਕਦੇ ਆ। ਜਿੰਨੀ ਕਲੀਨਲੀਨੈਸ ਰੱਖਦੇ ਉਹਨਾਂ ਹੀ ਜ਼ਖਮ ਜਲਦੀ ਭਰਦਾ ਇਹਨਾਂ ਕਿਸੇ। ਸਰ ਇਹ ਅਪੈਂਡਿਕਸ, ਹਰਨੀਆ ਜਿਹੜੀ ਬਿਮਾਰੀਆਂ ਨੇ, ਇਹਨਾਂ ਦੇ ਅਰਲੀ ਸਾਈਨਸ ਜਾਂ ਸਿੰਪਟਮਸ ਕੀ ਨੇ? ਅਰਲੀ ਸਾਈਨਸ ਮੈਡਮ, ਹਰਨੀਆ ਦੇ ਵਿੱਚ ਪੇਨ ਨਹੀਂ ਹੁੰਦਾ ਹੈ। ਪੇਸ਼ੈਂਟ ਸਾਡੇ ਕੋਲ ਇਹੀ ਆਉਂਦਾ ਹੈ ਕਿ ਮੈਨੂੰ ਜੀ ਸੋਜਿਸ਼ ਲੱਗ ਰਹੀ ਹੈ, ਪਰ ਦਰਦ ਕੋਈ ਨਹੀਂ ਹੈ। ਜਦੋਂ ਮੈਂ ਚੱਲਦਾ ਫਿਰਦਾ ਜਾਂ ਖੰਘ ਕਰਦਾ ਜਾਂ ਕੋਈ ਭਾਰੀ ਵਜ਼ਨ ਚੱਕ ਲੈਣਾ ਤਾਂ ਸੋਜਿਸ਼ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਆਪਦੇ ਆਪ ਠੀਕ ਹੋ ਜਾਂਦੀ ਹੈ। ਇਹ ਕੇਸਿਸ 'ਚ ਯੂਜ਼ਲੀ ਪੇਸ਼ੈਂਟ ਥੋੜ੍ਹਾ ਜਿਹਾ ਲੇਟ ਆਉਂਦਾ ਸਾਡੇ ਕੋਲ, ਅਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਐਗਜ਼ਾਮਿਨ ਕਰਦੇ ਹਾਂ ਤਾਂ ਸਾਨੂੰ ਇਹ ਡਾਇਗਨੋਜ਼ ਹੁੰਦਾ ਹੈ ਕਿ ਹਰਨੀਏਸ਼ਨ ਹੈ। ਅਤੇ ਕਈ ਵਾਰ ਅਲਟਰਾਸਾਊਂਡ ਦੇ ਵਿੱਚ ਇੰਸੀਡੈਂਟਲੀ ਪਿਕਅਪ ਹੁੰਦੀਆਂ ਨੇ ਇਹ ਚੀਜ਼ਾਂ, ਤਾਂ ਉਸ ਟਾਈਮ ਫਿਰ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਕਿ ਇਹ ਸਵੈਲਿੰਗ ਕੀ ਹੈ, ਹਰਨੀਆ ਕੀ ਹੈ, ਤਾਂ ਉਹਦਾ ਫਿਰ ਆਪਰੇਸ਼ਨ ਹੀ ਇਲਾਜ ਹੁੰਦਾ ਹੈ। ਹਰਨੀਆ ਇੱਕ ਤਰ੍ਹਾਂ ਦੀ ਮਾਸਪੇਸ਼ੀਆਂ ਦੀ ਕਮਜ਼ੋਰੀ ਹੈ, ਜਿਹਦੇ ਕਰਕੇ ਕਿ ਜਿਹੜੀ ਆਪਣੀ ਫੂਡ ਪਾਈਪਸ ਨੇ ਉਹ ਪੇਟ ਤੋਂ ਬਾਹਰ ਦਿਖਣ ਲੱਗ ਜਾਂਦੀਆਂ ਨੇ, ਤਾਂ ਉਹਨੂੰ ਅਸੀਂ ਹਰਨੀਆ ਕਹਿ ਦਿੰਦੇ ਹਾਂ। ਸਰ ਸਰਜਰੀ ਹੋਈ, ਸਰਜਰੀ ਸਕਸੈਸਫੁਲ ਹੋਈ, ਉਸ ਤੋਂ ਬਾਅਦ ਫਿਜ਼ੀਸ਼ੀਅਨ ਨੂੰ ਮਿਲਣਾ ਕਿੰਨੀ ਕੁ ਦੇਰ ਬਾਅਦ ਵਾਜਬ ਆ? ਸਰਜਰੀ ਤੋਂ ਫਸਟ ਵਿਜ਼ਿਟ ਅਸੀਂ ਸਰਜਰੀ ਦੇ ਬਾਅਦ 1 ਵੀਕ ਦੇ ਬਾਅਦ ਕਰਵਾਉਂਦੇ ਹਾਂ, ਕਿਉਂਕਿ ਉਸ ਟਾਈਮ ਤੱਕ ਪੇਸ਼ੈਂਟ ਦੀ ਬਾਇਓਪਸੀ ਰਿਪੋਰਟ ਆ ਜਾਂਦੀ ਹੈ ਅਤੇ ਸਟਿਚ ਰਿਮੂਵਲ ਹੋ ਜਾਂਦਾ ਹੈ, ਅਤੇ 7 ਡੇਜ਼ ਦੇ ਵਿੱਚ ਆਲਮੋਸਟ ਪੇਸ਼ੈਂਟ ਚੱਲਣ ਫਿਰਨ ਦੇ, ਖਾਣ ਪੀਣ ਦੇ ਨੋਰਮਲ ਆਪਦੀ ਡਾਈਟ ਰਿਜ਼ਿਊਮ ਕਰ ਲੈਂਦਾ ਹੈ, ਅਤੇ ਐਂਟੀਬਾਇਓਟਿਕ ਸਭ ਬੰਦ ਹੋ ਜਾਂਦੇ ਨੇ, ਅਤੇ ਰੂਟੀਨ ਮੈਡੀਕੇਸ਼ਨ ਸਭ ਬੰਦ ਹੋ ਜਾਂਦੀਆਂ ਨੇ,
ਤੇ ਉਸ ਤੋਂ ਬਾਅਦ ਤਾਂ ਰੂਟੀਨ ਦੇ ਵਿੱਚ ਆਫਟਰ ਆਪਰੇਸ਼ਨ ਕੋਈ ਐਸੀ ਰਿਕਮੈਂਡੇਸ਼ਨ ਨਹੀਂ ਰਹਿੰਦੀ ਹੈ। ਹਾਂ, ਜਿਹੜਾ ਪੇਸ਼ੈਂਟ ਕੋਈ ਡਾਇਬੀਟਿਕ ਹੈ ਜਾਂ ਹਾਰਟ ਡਿਜ਼ੀਜ਼ ਹੈ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ, ਉਸ ਤਰ੍ਹਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਰਿਜ਼ਿਊਮ ਕਰੋ, ਤੁਸੀਂ ਆਪਦੇ ਡਾਕਟਰ ਨੂੰ ਮਿਲਦੇ ਰਹੋ, ਜਿਹੜੀ ਵੀ ਸ਼ੂਗਰ ਦੀ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਚੱਲਦੀ ਹੈ ਉਹ ਕੰਟੀਨਿਊ ਕਰੋ। ਸਰ, ਲੈਪਰੋਸਕੋਪੀ ਦੇ ਨਾਲ ਸਰਜੀਕਲ ਆਪਰੇਸ਼ਨਸ ਜੋ ਹੁੰਦੇ ਨੇ, ਦੂਜੇ ਪ੍ਰੋਸੀਜਰਲ ਆਪਰੇਸ਼ਨਸ ਹੁੰਦੇ ਆ, ਉਹ ਪੋਸੀਬਲ ਹੋ ਸਕਦੇ ਆ ਨਾਲ ਦੀ ਨਾਲ? ਹਾਂਜੀ ਮੈਡਮ, ਕਈ ਵਾਰ ਅਸੀਂ ਅਪੈਂਡਿਕਸ ਤੇ ਗੋਲ ਬਲੈਡਰ ਵੀ ਇਕੱਠਾ ਕਰਦੇ ਹਾਂ। ਠੀਕ ਹੈ। ਸਪੋਜ਼ ਇੱਕ ਪੇਸ਼ੈਂਟ ਆਇਆ ਜਿਹਨੂੰ ਕਿ ਅਪੈਂਡਿਸਾਈਟਿਸ ਦੀ ਪ੍ਰੋਬਲਮ ਹੈ, ਪੇਨ ਹੋਇਆ ਉਹਨੂੰ, ਤੇ ਉਹਦੇ ਅਲਟਰਾਸਾਊਂਡ ਦੇ ਵਿੱਚ ਸਾਨੂੰ ਇਹ ਆਇਆ ਵੀ ਗੋਲ ਬਲੈਡਰ ਦੇ ਵਿੱਚ ਵੀ ਸਟੋਨ ਨੇ, ਤਾਂ ਪੇਸ਼ੈਂਟ ਤੋਂ ਅਸੀਂ ਕਈ ਵਾਰ ਰਾਏ ਲੈ ਲੈਂਦੇ ਹਾਂ ਕਿ ਤੁਸੀਂ ਗੋਲ ਬਲੈਡਰ ਦਾ ਵੀ ਨਾਲ ਕਰਵਾਉਣਾ ਚਾਹੁੰਦੇ ਹੋ, ਤਾਂ ਅਸੀਂ ਇਹ ਦੋਨੋਂ ਆਪਰੇਸ਼ਨ ਵੀ ਇਕੱਠੇ ਕਰਦੇ ਹਾਂ। ਕਈ ਵਾਰ ਪੇਸ਼ੈਂਟ ਨੂੰ ਹਰਨੀਆ ਵੀ ਨਾਲ ਹੁੰਦਾ ਹੈ ਜੀ, ਤਾਂ ਹਰਨੀਆ ਪਲੱਸ ਗੋਲ ਬਲੈਡਰ ਦੇ ਆਪਰੇਸ਼ਨ ਵੀ ਨਾਲ ਹੋ ਜਾਂਦੇ ਨੇ, ਜਾਂ ਛੋਟੇ ਮੋਟੀ ਕੋਈ ਹੋਰ ਡਿਜ਼ੀਜ਼ਜ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਕੱਠਾ ਆਪਰੇਟ ਕਰ ਸਕਦੇ ਹਾਂ। ਪਰ ਉਹ ਵੀ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਉਸ ਲੈਵਲ ਦਾ ਅਨਸਥੀਜੀਆ ਤੇ ਉਨੀ ਲੌਂਗ ਡਿਊਰੇਸ਼ਨ ਦੀ ਸਰਜਰੀ ਇਹਦੇ ਸਹਿਣ ਦੇ ਲਾਇਕ ਉਹਦੇ ਵਿੱਚ ਹੈ ਜਾਂ ਨਹੀਂ। ਸਰ, ਇਹ ਸਰਜਰੀ ਦੀ ਕੋਈ ਪਾਰਟਿਕੂਲਰ ਏਜ ਹੁੰਦੀ ਹੈ ਵੀ ਇਸੇ ਏਜ 'ਚ ਸਰਜਰੀ ਕਰਾਈ ਜਾ ਸਕਦੀ ਹੈ? ਮੈਡਮ, अर्ਲੀ ਟੂ ਡਾਇਗਨੋਸ ਐਂਡ अर्ਲੀ ਟੂ ਟ੍ਰੀਟ, ਓਕੇ, ਜੋ ਹੈਲਦੀ ਲਾਈਫ ਦਾ ਸੀਨ ਹੈ ਇਹੀ ਹੈ। ਕਈ ਵਾਰ ਗੋਲ ਬਲੈਡਰ ਸਟੋਨ 18 ਸਾਲ ਦੇ ਬੱਚੇ ਦੇ ਵਿੱਚ ਵੀ ਆਉਂਦੇ ਨੇ ਤੇ 70 ਸਾਲ ਦੇ ਬਜ਼ੁਰਗ ਦੇ ਵਿੱਚ ਵੀ ਹੁੰਦੇ ਨੇ। ਹਰਨੀਆ ਇਨਫੈਂਟ ਹਰਨੀਆ ਬੋਲਦੇ ਆ, ਜਿਹੜਾ ਕਿ ਜਨਮ ਲੈਂਦੇ ਹੀ ਬੱਚੇ ਦੇ ਵਿੱਚ ਵੀ ਡਾਇਗਨੋਸ ਹੁੰਦਾ ਹੈ, ਤੇ ਹਰਨੀਆ 올ਡ ਏਜ ਦੇ ਵਿੱਚ ਵੀ ਹੁੰਦੇ ਨੇ। ਤਾਂ ਜਿਹੜੀ ਵੀ ਚੀਜ਼ ਜਦੋਂ ਵੀ ਡਾਇਗਨੋਸ ਹੋ ਗਈ ਤਾਂ ਉਹਨੂੰ ਉਸੇ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਹੈ। ਜਿੰਨੀ ਜਲਦੀ ਆਪਾਂ ਉਸ ਚੀਜ਼ ਦਾ ਟ੍ਰੀਟਮੈਂਟ ਲਵਾਂਗੇ ਤਾਂ ਆਪਾਂ ਉਹਦੀ ਕੰਪਲਿਕੇਸ਼ਨਸ ਨੂੰ ਅਵੋਇਡ ਕਰ ਸਕਾਂਗੇ ਤੇ ਆਪਾਂ ਸਰਜਰੀ ਦੇ ਬੈਨੀਫਿਟਸ ਉਨੀ ਜਲਦੀ ਰਿਕਵਰੀ ਦੇ ਲਈ ਲੈ ਸਕਾਂਗੇ। ਜੀ ਸਰ, ਕੁਝ ਮਿਥਸ ਹੈ ਇਸ ਲੈਪਰੋਸਕੋਪੀ ਸਰਜਰੀ ਨਾਲ ਰਿਲੇਟਡ। ਇੱਕ ਤਾਂ ਹੈਗਾ ਵੀ ਜੇ ਪਾਸ ਦੇ ਵਿੱਚ ਮੇਰੀ ਕੋਈ ਐਬਡੋਮਿਨਲ ਪ੍ਰੋਬਲਮ ਰਹੀ ਹੈ, ਸਰਜਰੀ ਰਹੀ ਹੈ, ਤਾਂ ਮੈਂ ਆਈ ਕੈਨ ਨਾਟ ਗੋ ਫॉर ਲੈਪਰੋਸਕੋਪੀ। ਇਜ਼ ਇਟ ਟਰੂ? ਪਾਰਸ਼ਲੀ ਇਟ ਇਜ਼ ਟਰੂ। ਕੁਝ ਤਰ੍ਹਾਂ ਦੀ ਐਬਡੋਮਿਨਲ ਸਰਜਰੀਜ਼ ਹੁੰਦੀਆਂ ਨੇ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੰਦਰ ਬਹੁਤ ਜ਼ਿਆਦਾ ਇੰਟੈਸਟਾਈਨ ਦੇ ਵਿੱਚ ਐਡੀਜ਼ਨਸ ਬਣ ਜਾਂਦੇ ਨੇ। ਜਦੋਂ ਵੀ ਅਸੀਂ ਕੋਈ ਚੀਜ਼ ਆਪਰੇਟ ਕਰਦੇ ਹਾਂ, ਬੋਡੀ ਉਹਨੂੰ ਹੀਲ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਕਈ ਵਾਰ ਐਬਡੋਮਨ ਪੂਰਾ ਦਾ ਪੂਰਾ ਉਸ ਤਰ੍ਹਾਂ ਹੀ ਚਿਪਕਿਆ ਹੋਇਆ ਮਿਲਦਾ ਅੰਦਰੋਂ, ਜਿਹਦੇ ਵਿੱਚ ਕਿ ਦੂਰਬੀਨ ਅੰਦਰ ਜਾਣਾ ਪੋਸੀਬਲ ਨਹੀਂ ਹੋ ਪਾਉਂਦਾ। ਪਰ ਕੁਝ ਤਰ੍ਹਾਂ ਦੇ ਕੇਸਿਸ ਹੁੰਦੇ ਆ, ਕੋਈ ਮਾਈਨਰ ਸਰਜਰੀ ਹੋਈ ਹੈ, ਬਹੁਤ ਜ਼ਿਆਦਾ ਸਾਨੂੰ ਇਹ ਹੈ ਵੀ ਅਸੀਂ ਇਨਸੀਜਨ ਦੀ ਸਾਈਟ ਬਦਲ ਕੇ ਲੈਪਰੋਸਕੋਪੀ ਸਰਜਰੀਜ਼ ਕਰ ਸਕਦੇ ਹਾਂ। ਜੀ, ਕਈ ਵਾਰ ਡਾਇਗਨੋਸਟਿਕ ਪਰਪਸ ਦੇ ਲਈ ਲੈਪਰੋਸਕੋਪੀ ਸਰਜਰੀਜ਼ ਕੀਤੀਆਂ ਜਾਂਦੀਆਂ ਨੇ, ਜਿਵੇਂ ਕਿ ਕਿਸੇ ਦੇ ਦਰਦ ਹੋ ਰਿਹਾ ਢਿੱਡ 'ਚ, ਅਲਟਰਾਸਾਊਂਡ 'ਚ ਕੁਝ ਡਾਇਗਨੋਸ ਨਹੀਂ ਹੋ ਪਾ ਰਿਹਾ, ਪਰ ਉਹਦੇ ਵਿੱਚ ਇਹ ਆ ਰਿਹਾ ਕਿ ਥੋੜ੍ਹੀ ਜਿਹੀ ਇੰਟੈਸਟਾਈਨ ਦੀ ਸੋਜਿਸ਼ ਹੈ, ਕੋਈ ਆਂਤੜੀਆਂ ਦੀ ਸਵੈਲਿੰਗ ਹੈ, ਤਾਂ ਉਹਦੇ ਵਿੱਚ ਕਈ ਵਾਰ ਸਾਨੂੰ ਬਾਇਓਪਸੀ ਲੈਣੀ ਪੈਂਦੀ ਹੈ। ਜੀ, ਉਹਦੇ ਵਿੱਚ ਅਸੀਂ ਡਾਇਗਨੋਸਟਿਕ ਲੈਪਰੋਸਕੋਪੀ ਕਰਦੇ ਹਾਂ। ਪਰ ਜੇ ਕੋਈ ਕੈਂਸਰ ਦਾ ਪੇਸ਼ੈਂਟ ਹੈ ਤਾਂ ਉਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲੇ ਆਪਰੇਟ ਹੋਇਆ ਤਾਂ ਦੁਬਾਰਾ ਉਸ ਨੂੰ ਲੈਪਰੋਸਕੋਪੀ ਨਾ ਕਰੀਏ। ਜੀ, ਕਿਉਂਕਿ ਉਸ ਕੇਸਿਸ ਦੇ ਵਿੱਚ ਰਿਸਕ ਆਫ ਕੰਪਲਿਕੇਸ਼ਨ ਰਿਸਕ ਆਫ ਬੈਨੀਫਿਟ ਤੋਂ ਜ਼ਿਆਦਾ ਹੋ ਜਾਂਦਾ ਹੈ। ਇੱਕ ਇਹ ਵੀ ਹੈ ਕਿ ਜੇ ਮੈਂ ਅੰਡਰਵੇਟ ਹਾਂ ਜਾਂ ਓਵਰਵੇਟ ਹਾਂ, ਸੋ ਆਈ ਕੈਨ ਨਾਟ ਗੋ ਫॉर ਲੈਪਰੋਸਕੋਪੀ? No ma'am. Not at all? Not at all. Even laparoscopy is good for the bariatric patient. Okay. ਜੋ ਓਵਰਵੇਟ ਪੇਸ਼ੈਂਟ ਹੁੰਦੇ ਆ, ਅੱਜ ਕੱਲ੍ਹ ਤਾਂ ਵਜਨ ਘਟਾਉਣ ਵਾਲੀ ਸਰਜਰੀ ਜਿਹਨੂੰ ਕਹੀ ਜਾਂਦੀ ਹੈ, ਉਹ ਸਰਜਰੀਜ਼ ਬਹੁਤ ਜ਼ਿਆਦਾ ਕਾਮਨ ਨੇ। ਈਵਨ ਅੱਜ ਦੀ ਜੋ ਲੇਟੈਸਟ ਰਿਸਰਚ ਚੱਲ ਰਹੀ ਹੈ ਉਹ ਇਸ 'ਤੇ ਚੱਲ ਰਹੀ ਹੈ ਕਿ ਆਪਾਂ ਵਜਨ ਦੀਆਂ ਸਰਜਰੀਜ਼ ਕਰਕੇ, ਬੈਰੀਟਿਕ ਸਰਜਰੀਜ਼ ਕਰਕੇ ਕਿਸ ਤਰ੍ਹਾਂ ਡਾਇਬਟੀਜ਼ ਤੇ ਜਿਹੜੀਆਂ ਇਹ ਲਾਈਫ ਸਟਾਈਲ ਡਿਜ਼ੀਜ਼ਜ਼ ਨੇ ਉਹਨਾਂ ਨੂੰ ਘਟਾ ਸਕਦੇ ਹਾਂ। ਜੀ, ਤਾਂ ਲੈਪਰੋਸਕੋਪੀ ਸਰਜਰੀ weight ਦੇ ਨਾਲ ਕੋਈ ਐਸੀ ਕੰਟਰਾਇੰਡੀਕੇਸ਼ਨ ਨਹੀਂ। ਇੱਕ ਆਖਰੀ ਇਹ ਵੀ ਸੀਗਾ ਕਿ ਕਿਉਂਕਿ ਐਨਸਥੀਸੀਆ ਡੋਸੇਜ ਇਹਦੇ ਵਿੱਚ ਇੰਡਿਸਪੈਂਸੇਬਲ ਹੈ, ਤੇ ਜਿਹੜੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਦਿੱਕਤ ਹੈਗੀ ਆ ਪੁਰਾਣੀ, ਉਹਨਾਂ ਲਈ ਰეკਮੈਂਡਡ ਨਹੀਂ ਹੈ। ਹਾਂਜੀ, ਜੋ ਪੇਸ਼ੈਂਟਸ ਅਸੀਂ ਅਨਸਥੀਸੀਆ ਪੁਆਇੰਟ ਆਫ ਵਿਊ ਨਾਲ ਫਿਟ ਨਹੀਂ ਮੰਨਦੇ ਹਾਂ ਤਾਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਰੀਜਨਲ ਅਨਸਥੀਸੀਆ, ਜਿਵੇਂ ਕਿ ਆਮ ਪਬਲਿਕ ਕਹਿੰਦੀ ਹੈ ਪਿੱਠ 'ਚ ਸੂਈ ਲਗਾ ਕੇ ਅੱਧਾ ਹਿੱਸਾ ਸੁੰਨ ਕਰਕੇ, ਉਹ ਲੈਪਰੋਸਕੋਪੀ ਨਹੀਂ, ਅਸੀਂ ਓਪਨ ਸਰਜਰੀਜ਼ ਕਰਦੇ ਹਾਂ। ਕੁਛ ਕੇਸਿਸ ਦੇ ਵਿੱਚ ਸਪਾਈਨਲ ਅਨਸਥੀਸੀਆ ਜਿਹੜਾ ਹੁੰਦਾ ਹੈ ਉਹਦੇ ਵਿੱਚ ਕੁਝ ਤਰ੍ਹਾਂ ਦੀਆਂ ਲੈਪਰੋਸਕੋਪਿਕ ਸਰਜਰੀ ਜਿਹੜੀਆਂ ਕਿ ਘੱਟ ਟਾਈਮ ਡਿਊਰੇਸ਼ਨ ਦੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਪਰ ਸੇਫਟੀ ਪੁਆਇੰਟ ਆਫ ਵਿਊ ਨਾਲ ਅਗਰ ਪੇਸ਼ੈਂਟ ਲੈਪਰੋਸਕੋਪੀ ਲਈ ਫਿਟ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਰეკਮੈਂਡ ਕਰਦੇ ਹਾਂ ਕਿ ਓਪਨ ਸਰਜਰੀਜ਼ ਦੇ ਲਈ ਜਾਇਆ ਜਾਵੇ,
ਕਿਉਂਕਿ ਉਹਨਾਂ ਦੇ ਵਿੱਚ ਰਿਕਵਰੀ 'ਚ ਕੋਈ ਫਰਕ ਨਹੀਂ ਪੈਂਦਾ, ਬਟ ਰਿਸਕ ਆਫ ਅਨੈਸਥੀਸੀਆ, ਰਿਸਕ ਆਫ ਲੈਪਰੋਸਕੋਪੀ ਸਰਜਰੀ ਦੇ ਵਿੱਚ ਸਾਨੂੰ ਢਿੱਡ ਦੇ ਵਿੱਚ ਇੱਕ ਹਵਾ ਭਰਨੀ ਪੈਂਦੀ ਹੈ ਕਾਰਬਨ ਡਾਈਆਕਸਾਈਡ, ਤਾਂ ਕਿ ਸਾਨੂੰ ਸਪੇਸ ਮਿਲ ਸਕੇ ਉੱਥੇ ਕੰਮ ਕਰਨ ਲਈ। ਤਾਂ ਉਹਦਾ ਜਿਹੜਾ ਰਿਸਕ ਹੁੰਦਾ ਹੈ ਉਹ ਕਾਰਡਿਕ ਪੇਸ਼ੈਂਟ ਦੇ ਵਿੱਚ ਜ਼ਿਆਦਾ ਹੁੰਦਾ ਹੈ। ਜਾਂ ਕੁਝ ਇਸ ਤਰ੍ਹਾਂ ਦੇ ਪੇਸ਼ੈਂਟਸ ਹੈ ਜਿਵੇਂ ਪੋਸਟ ਕੋਵਿਡ ਪੇਸ਼ੈਂਟਸ ਨੇ ਅੱਜ ਕੱਲ੍ਹ, ਜਿਨ੍ਹਾਂ ਦੇ ਵਿੱਚ ਲੰਗਸ ਕਾਫੀ ਡੈਮੇਜ ਹੋ ਚੁੱਕੇ ਨੇ, ਉਹਨਾਂ ਕੇਸਿਸ ਦੇ ਵਿੱਚ ਅਸੀਂ ਉਹ ਕਾਰਬਨ ਡਾਈਆਕਸਾਈਡ ਪੇਟ ਦੇ ਵਿੱਚ ਨਹੀਂ ਭਰ ਸਕਦੇ, ਕਿਉਂਕਿ ਲੰਗਸ ਆਲਰੇਡੀ ਕੰਪਰੋਮਾਈਜ਼ਡ ਨੇ, ਤਾਂ ਰਿਸਕ ਜ਼ਿਆਦਾ ਹੁੰਦਾ ਉਹਨਾਂ 'ਚ। ਤਾਂ ਉਹਨਾਂ ਕੇਸਿਸ 'ਚ ਅਸੀਂ ਓਪਨ ਸਰਜਰੀ ਪ੍ਰੈਫਰ ਕਰਦੇ ਹਾਂ। ਠੀਕ ਸਰ ਆਖਰੀ ਸਵਾਲ ਕਿ ਜਿਵੇਂ ਤੁਸੀਂ ਕੋਵਿਡ ਦੀ ਗੱਲ ਕੀਤੀ ਤੇ ਕੋਵਿਡ ਤੋਂ ਲੋਕ ਉੱਭਰ ਰਹੇ ਨੇ, ਸਾਡੇ ਵਿਊਅਰਸ ਲਈ ਕੋਈ ਵੀ ਇੱਦਾਂ ਦੀ ਚੀਜ਼ ਜਿਹੜੇ ਇੰਡੀਕੇਟਰਸ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ ਆ ਤੇ ਇਮੀਡੀਏਟਲੀ ਫਿਜ਼ੀਸ਼ੀਅਨ ਨੂੰ ਮਿਲਣਾ ਚਾਹੀਦਾ? ਵਿਊਅਰਸ ਦੇ ਲਈ ਮੈਂ ਇਹੀ ਕਹਿਣਾ ਚਾਹੂੰਗਾ ਕਿ ਇੱਕ ਤਾਂ ਆਪਦੀ ਸਿਹਤ ਦਾ ਧਿਆਨ ਰੱਖੋ, ਡੇਲੀ ਆਪਦੀ ਰੈਗੂਲਰ ਡਾਈਟ ਪਲੱਸ ਡੇਲੀ ਐਕਸਰਸਾਈਜ਼ਿਸ। ਈਵਨ ਅਗਰ ਤੁਸੀਂ ਟਾਈਮ ਨਹੀਂ ਕੱਢ ਪਾ ਰਹੇ ਅੱਜ ਦੇ ਡੇਲੀ ਸ਼ਡਿਊਲ ਦੇ ਵਿੱਚ, ਬਿਜ਼ੀ ਸ਼ਡਿਊਲ ਦੇ ਵਿੱਚ, ਐਟਲੀਸਟ ਆਪਦੇ ਸਰੀਰ ਨੂੰ ਘੱਟੋ ਘੱਟ 20 to 30 ਮਿੰਟਸ ਦਿਓ, ਜਿਹਦੇ ਵਿੱਚ ਤੁਸੀਂ ਬ੍ਰਿਸਕ ਵਾਕ ਕਰਨੀ ਹੈ, ਹੈਲਦੀ ਆਪਦਾ ਫੂਡ ਖਾਓ ਦਿਨ ਦੇ ਵਿੱਚ। ਅਤੇ ਕੋਈ ਵੀ ਤੁਹਾਨੂੰ ਦਰਦ ਹੁੰਦਾ ਢਿੱਡ ਦੇ ਵਿੱਚ, ਗੈਸਟਰਾਈਟਿਸ ਹੁੰਦਾ, ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਹੈ। ਕਾਰਨ ਕੀ ਹੈ ਉਹ ਚੀਜ਼ ਪਤਾ ਕਰਨੀ ਬਹੁਤ ਜ਼ਰੂਰੀ ਹੈ। ਕਈ ਵਾਰ ਆਮ ਤੌਰ 'ਤੇ ਹਾਰਟ ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਮੈਨੂੰ ਸਿਰਫ ਐਸਿਡਿਟੀ ਹੈ, ਬਟ ਇਟ ਮੇ ਕੋਜ਼ ਹਾਰਟ ਪ੍ਰੋਬਲਮਸ, ਤਾਂ ਉਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਿੰਪਲ ਐਸਿਡਿਟੀ ਦਾ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਹੈ। ਇਹ ਨਹੀਂ ਹੁੰਦਾ ਕਿ ਮੈਨੂੰ ਤਾਂ ਕਈ ਸਾਲਾਂ ਤੋਂ ਹੈ ਅਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਦਵਾਈ ਲੈ ਲੈਣਾ ਠੀਕ ਹੋ ਜਾਂਦਾ। ਪਰ ਦੇਅਰ ਮਸਟ ਬੀ ਸਮ ਡਾਇਗਨੋਸਿਸ ਵਾਈ ਇਟ ਇਜ਼ ਦੇਅਰ ਐਂਡ ਇਟ ਇਜ਼ ਹੈਜ਼ ਟੂ ਬੀ ਟ੍ਰੀਟਡ ਐਟ ਟਾਈਮ। ਜੀ ਸਰ, ਥੈਂਕ ਯੂ ਸੋ ਮਚ ਫॉर ਕਮਿੰਗ ਸਰ, ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਕਿਉਂ? ਸੋ ਇਹ ਸੀ ਜੀ ਸਾਡੀ ਅੱਜ ਦੀ ਮੁਲਾਕਾਤ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ, ਨਵੀਂ ਸਮੱਸਿਆਵਾਂ ਦਾ ਹੱਲ ਲੈ ਕੇ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।